ਸੋ ਬੜਾ ਦੁਖਦਾਇਕ ਕੰਮ ਹੈਗਾ। ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਕੁਨਬਾ ਕਹਿ ਸਕਦੇ ਆ, ਸ਼ੁਰੂ ਤੋਂ ਜਦੋਂ ਤੋਂ ਖੇਤੀ ਸੁਧਾਰ ਆਰਡੀਨੈਂਸ ਆਏ, ਸਭ ਤੋਂ ਪਹਿਲਾਂ ਬੀਬਾ ਹਰਸਿਮਰਤ ਕੌਰ ਬਾਦਲ ਆਰਡੀਨੈਂਸਾਂ ਨੂੰ ਪ੍ਰਵਾਨਗੀ ਐਜ਼ ਏ ਕੈਬਨਿਟ ਵਜ਼ੀਰ ਸਾਈਨ ਕਰਦੇ ਆ, ਔਰ ਫਿਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਐਂਡ ਕੰਪਨੀ ਸਾਰੀ ਖੇਤੀ ਸੁਧਾਰ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਕਸੀਦੇ ਪੜ੍ਹਦੇ ਆ। ਉਸ ਤੋਂ ਬਾਅਦ ਦੇ ਵਿੱਚ ਜਦੋਂ ਅੰਦੋਲਨ ਸਟਾਰਟ ਹੁੰਦਾ, ਦੇਖਦੇ ਆ ਵੀ ਇਹ ਸਾਡੇ ਵੱਸੋਂ ਬਾਹਰ ਦੀ ਗੱਲ ਆ, ਫਿਰ ਇਹ ਯੂ ਟਰਨ ਮਾਰਦੇ ਆ। ਪਰ ਯੂ ਟਰਨ ਮਾਰਦੇ ਹੋਏ ਕੋਈ ਮੁਕਾਮ ਐਸਾ ਨਹੀਂ ਇਹਨਾਂ ਨੇ ਛੱਡਿਆ ਜਿੱਥੇ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ, ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਇਹਨਾਂ ਨੇ ਕੋਈ ਕਸਰ ਬਾਕੀ ਛੱਡੀ ਹੋਵੇ। ਹੁਣ ਦਿੱਲੀ ਗਏ, ਉੱਥੇ ਤੁਸੀਂ ਕਿਸਾਨ ਸੰਯੁਕਤ ਮੋਰਚਾ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਸੰਗਤਾਂ ਦੇ ਉੱਤੇ, ਅੰਦੋਲਨਕਾਰੀਆਂ ਦੇ ਉੱਤੇ ਇਦਾਂ ਦੇ ਬੇਹੂਦਾ ਤੁਸੀਂ ਆਰੋਪ ਲਾਓ। ਜੇ ਤੁਹਾਨੂੰ ਕੋਈ ਪ੍ਰੋਬਲਮ ਹੈ, ਤੁਸੀਂ ਕਿਸਾਨ ਸੰਯੁਕਤ ਮੋਰਚੇ ਦੇ ਲੀਡਰਸ ਨੂੰ ਫੋਨ ਕਾਲ ਕਰ ਲਓ, ਉਹਨਾਂ ਨੂੰ ਕੋਈ ਚਿੱਠੀ ਪਾ ਦਿਓ। ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ। ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਹੈ ਕਿ ਅੰਦੋਲਨ ਨੂੰ ਬਦਨਾਮ ਕਿੱਦਾਂ ਕਰਨਾ। ਤੁਹਾਡੇ ਕਾਮਾਂ ਦੇ ਕਹਿੰਦੇ ਕਦੇ ਢੱਕੇ ਨਹੀਂ ਮਰਦੇ, ਤੁਹਾਡੇ ਬਦਨਾਮ ਕੀਤਿਆਂ ਅੰਦੋਲਨ ਦੋਸਤੋ ਬਦਨਾਮ ਨਹੀਂ ਹੋਣਾ। ਲੋਕਾਂ ਨੂੰ ਪਤਾ ਹੈ ਕਿ ਸੱਚਾਈ ਕੀ ਹੈ। ਚਾਹੇ ਬੀਜੇਪੀ ਦੇ ਨਾਲ ਗੱਠਜੋੜ ਟੁੱਟ ਚੁੱਕਿਆ, ਪਰ ਅੱਜ ਵੀ ਬੀਜੇਪੀ ਦੇ ਇਸ਼ਾਰਿਆਂ ਦੇ ਉੱਤੇ ਅੰਦੋਲਨ ਨੂੰ ਬਦਨਾਮ ਕਰਨ ਲਈ ਤੁਸੀਂ ਜਿਹੜੇ ਹੱਥ ਕੰਡੇ ਅਪਣਾ ਰਹੇ ਹੋ ਨਾ, ਤੁਸੀਂ ਜਿਹੜੇ ਰਸਤੇ ਫੜੇ ਹੋਏ ਆ, ਉਹ ਭਲੀ ਭਾਂਤ ਸਾਰੇ ਲੋਕਾਂ ਨੂੰ ਪਤਾ। ਹੁਣ ਖੁੱਲੀ ਚਿੱਠੀ, ਫਿਰ ਤੁਸੀਂ ਪਹਿਲਾਂ ਡਰਾਮਾ ਕੀਤਾ ਨੌਟੰਕੀ, ਤੇ ਹੁਣ ਫਿਰ ਪ੍ਰੈਸ ਦੇ ਵਿੱਚ ਜਾ ਕੇ ਕਹਿੰਦੇ ਹੋ ਵੀ ਅਸੀਂ ਕਿਸਾਨ ਲੀਡਰਸ ਨੂੰ, ਸੰਯੁਕਤ ਕਿਸਾਨ ਮੋਰਚੇ ਨੂੰ ਚਿੱਠੀ ਪਾਵਾਂਗੇ। ਇਹ ਚਿੱਠੀ ਤੁਸੀਂ ਬਿਨਾਂ ਪ੍ਰੈਸ ਕਾਨਫਰੰਸ ਕੀਤਿਆਂ ਪਾਉਂਦੇ ਜੇ ਤੁਹਾਨੂੰ ਕੋਈ ਸ਼ਿਕਾਇਤ ਸੀ। ਇਹ ਗੱਲਾਂ ਕੋਈ ਗੁੱਝੀਆਂ ਛਿਪੀਆਂ ਨਹੀਂ। ਤੁਹਾਡੇ ਵਰਕਰ ਬੱਸਾਂ ਦੇ ਵਿੱਚ ਦਾਰੂ ਦੀਆਂ ਪੇਟੀਆਂ ਰੱਖ ਕੇ, ਅਕਾਲੀ ਦਲ ਸ਼ਰਮ ਆਉਣੀ ਚਾਹੀਦੀ ਆ ਏਦਾਂ ਦੀ ਪਾਰਟੀ ਦੇ ਉੱਤੇ ਕਾਬਜ ਜਿਹੜੇ ਲੋਕ ਹੈਗੇ ਉਹਨਾਂ ਨੂੰ। ਬੈਂਸ ਸਾਹਿਬ, ਕੀ ਲੱਗਦਾ ਅਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਹੈਗੇ ਉਹਨਾਂ ਦਾ ਅਜਿਹਾ ਬਿਆਨ ਆਣਾ, ਚਾਹੇ ਡਾਕਟਰ ਦਲਜੀਤ ਚੀਮਾ ਨੇ ਤੇ ਚਾਹੇ ਚੰਦੂ ਮਾਜਰਾ ਜੀ ਨੇ, ਸੋ ਲੱਖਾ ਚੜਾਣਾ ਨੇ ਵੀ ਸਾਫ਼ ਤੌਰ ਤੇ ਕਹਿ ਦਿੱਤਾ, ਕਹਿੰਦੇ ਕਿ ਇਹਨਾਂ ਦਾ ਜਿੱਥੇ ਜਾਣਗੇ ਵਿਰੋਧ ਹੋਊਗਾ ਇਹਨਾਂ ਦਾ, ਕਿਉਂਕਿ ਜੇ ਕਿਸਾਨਾਂ ਦੇ ਨਾਲ ਇਦਾਂ ਕਰਦੇ। ਸੁਭਾਵਿਕ ਤੌਰ ਤੇ ਆ ਇਹਨਾਂ ਦਾ ਵਿਰੋਧ। 10 ਸਾਲ ਦੇ ਵਿੱਚ ਪੰਜਾਬ ਦੀ ਧਰਤੀ ਜਿਹੜਾ ਗੰਦ ਪਾਇਆ, ਚਿੱਟੇ ਦੇ ਜਨਮ ਦਾ ਤੇ ਰੇਤਾ ਬਜਰੀ ਦੀ ਚੋਰੀ ਸ਼ੁਰੂ ਕਰਾਉਣ ਵਾਲੇ, ਗੁਰੂ ਗ੍ਰੰਥ ਸਾਹਿਬ ਦਾ ਅੰਗ ਅੰਗ ਰੂੜੀਆਂ ਦੇ ਉੱਤੇ ਰੋਲਣ ਵਾਲੇ ਲੋਕ ਕਿੱਦਾਂ ਤੁਰ ਜਾਣਗੇ। ਕਾਲੇ ਕਾਨੂੰਨ ਸ਼ੁਰੂ ਕਰਨ ਵਾਲੀ ਜਮਾਤ, ਨੀਂਹ ਪੱਥਰ ਕਿਹਨੇ ਰੱਖਿਆ? ਇਸੇ ਜਮਾਤ ਨੇ ਰੱਖਿਆ। ਤੇ ਅੱਜ ਬਗਲੇ ਭਗਤ ਬਣਨ ਦੇ ਯਤਨਾਂ ਦੇ ਵਿੱਚ ਆ। ਕਦੇ ਕਹਿੰਦੇ ਆ ਜਿਹੜਾ ਸਾਡਾ ਵਿਰੋਧ ਹੋ ਰਿਹਾ ਆਪਣੇ ਕਿਸਾਨ ਨਹੀਂ ਕਰ ਰਹੇ, ਇਹ ਕੱਲ ਹੀ ਇਹ ਆਰੋਪ ਲਾਉਂਦੇ ਆ ਵੀ ਕਾਂਗਰਸ, ਆਮ ਆਦਮੀ ਪਾਰਟੀ ਤੇ ਦੂਜੀਆਂ ਤੀਜੀਆਂ ਪਾਰਟੀਆਂ ਦੇ ਉੱਤੇ ਆਰੋਪ ਲਾਉਂਦੇ ਆ। ਇਹ ਬਿਲਕੁਲ ਨਿਸ਼ਚਿਤ ਰੂਪ ਦੇ ਵਿੱਚ ਇਹ ਟ੍ਰੇਲਰ ਦਿਖਾ ਰਹੇ ਆ ਪੰਜਾਬ ਦੇ ਲੋਕ, ਇਹਨਾਂ ਨੂੰ ਕਿਸਾਨ ਟ੍ਰੇਲਰ ਦਿਖਾ ਰਹੇ ਆ, ਦਲਿਤ ਖੇਤ ਮਜ਼ਦੂਰ ਟ੍ਰੇਲਰ ਦਿਖਾ ਰਹੇ ਆ। ਤੇ 2022 ਦੇ ਵਿੱਚ ਦੋਸਤੋ ਪੂਰੀ ਫਿਲਮ ਪੰਜਾਬ ਦਾ ਵੋਟਰ ਇਹਨਾਂ ਨੂੰ ਚਲਾ ਕੇ ਦਿਖਾਓ। ਬੈਂਸ ਸਾਹਿਬ, ਚੰਨੀ ਜੀ ਮੁੱਖ ਮੰਤਰੀ ਬਣੇ ਨੇ, ਉਹਨਾਂ ਨੇ ਕਿਹਾ ਕਿ ਮੈਂ ਕਿਸਾਨਾਂ ਦੀ ਸਟੇਜ ਤੇ ਜਾ ਕੇ ਨਤਮਸਤਕ ਹੋਊਂਗਾ। ਤੇ ਉਧਰ ਰਾਜਪਾਲ ਸਾਹਿਬ ਨੇ ਬਿਆਨ ਦਿੱਤਾ, ਕਹਿੰਦੇ ਪੋਲੀਟੀਕਲ ਬੰਦੇ ਦਾ ਕਿਸੇ ਦਾ ਅਲਾਉ ਨਹੀਂ ਹੈਗਾ, ਉਹਦਾ ਆਣਾ ਤੇ ਆ ਕੇ ਜਿਹੜਾ ਇੱਥੇ ਆ ਕੇ ਬੈਠ ਕੇ ਸੁਣ ਸਕਦੇ। ਦੇਖੋ ਬੜਾ ਚੰਗਾ ਜੀਨੀਅਸ, ਅਸੀਂ 10ਵਾਂ ਸਾਲ ਆਇਆ ਹੈ, ਤਕਰੀਬਨ 10 ਸਾਲ ਅਸੀਂ ਇਕੱਠੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹੇ। ਬੜਾ ਜੀਨੀਅਸ ਸੰਜਮ ਵਾਲਾ ਸਾਥੀ ਹੈਗਾ ਸਤਿਕਾਰਯੋਗ ਸੀਐਮ ਸਾਹਿਬ। ਸਭ ਤੋਂ ਪਹਿਲਾਂ ਤਾਂ ਸਾਡੀਆਂ ਸ਼ੁਭ ਕਾਮਨਾਵਾਂ ਨੇ ਵੀ ਉਹ ਸਾਰੇ ਉਹ ਕੰਮ ਜਿਹੜੇ 2017 ਦੇ ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਦੇ ਆਵਾਮ ਦੇ ਨਾਲ ਵਾਅਦੇ ਕੀਤੇ ਸੀ, ਗੁਰੂਆਂ ਨੂੰ ਤਾਕਤ ਬਖਸ਼ਿਸ਼ ਕਰਨ, ਉਹ ਸਾਰੇ ਵਾਅਦੇ ਪੂਰੇ ਕਰਨ। ਤੇ ਪੰਜਾਬ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਘਰਾਂ ਦੇ ਵਿੱਚ ਬਹਿਣ ਪਵਾਏ, ਮਾਮਾ ਦੇ ਪੁੱਤ ਗਏ ਆ ਚਿੱਟੇ ਦੇ ਦੈਂਤ ਦੇ ਮੂੰਹ ਦੇ ਵਿੱਚ, ਉਹਨਾਂ ਲੋਕਾਂ ਨੂੰ ਸਜਾਵਾਂ। ਉਹ ਲੋਕ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਰਹਿ ਕੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਆਪਣੀ ਕੁਰਸੀ ਬਚਾਉਣ ਵਾਸਤੇ ਕੀਤਾ, ਉਹਨਾਂ ਨੂੰ ਫੜ ਕੇ ਕਟਹਿਰੇ 'ਚ ਖੜੇ ਕਰਨ। ਤੇ ਜਿਹੜੇ ਲੋਕਾਂ ਨੇ ਰੋਡਵੇਜ਼, PRTC ਬੱਸਾਂ ਦਾ ਬੇੜਾ ਗਰਕ ਕਰਕੇ ਆਪਣੇ ਘਰ ਦੀਆਂ ਹਜ਼ਾਰਾਂ ਬੱਸਾਂ ਪਾਈਆਂ, ਉਹਨਾਂ ਦੇ ਗਰੇਬਾਨ ਨੂੰ ਹੱਥ ਪਾਉਣਾ ਸੀ। ਇਹ ਸਾਡੀਆਂ ਸ਼ੁਭ ਕਾਮਨਾਵਾਂ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਤੇ ਉਹਨਾਂ ਦੀ ਵਜ਼ਾਰਤ ਵਾਸਤੇ ਕਿ ਉਹ ਇਹ ਸਾਰੇ ਕੰਮ ਲੋਕ ਅੱਜ ਪੂਰੀ ਦੁਨੀਆ 'ਚ ਵਸਦਾ ਪੰਜਾਬੀ ਇਹ ਮੰਗ ਕਰਦਾ ਹੈ ਕਿ ਇਹ ਸਾਰੀਆਂ ਗੱਲਾਂ ਨਵੀਂ ਵਜ਼ਾਰਤ, ਨਵੇਂ ਮੁੱਖ ਮੰਤਰੀ ਜ਼ਰੂਰ ਤਕੜਿਆਂ ਹੋ ਕੇ ਕਰਨ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਸਰ ਬਿਆਨ ਆਇਆ ਮੁੱਖ ਮੰਤਰੀ ਚੰਗੇ ਦੇ ਬਣਨ ਤੋਂ ਬਾਅਦ ਕਿ ਮੁੱਖ ਮੰਤਰੀ ਚਾਹੇ ਹਿੰਦੂ ਬਣੇ ਜਾਂ ਸਿੱਖ ਬਣੇ ਪਰ ਚੰਗਾ ਇਨਸਾਨ ਹੋਣਾ ਬਹੁਤ ਜ਼ਰੂਰੀ ਹੈ। ਸਰ ਕਿਸ ਤਰ੍ਹਾਂ ਵੇਖਦੇ ਹੋ ਉਹਨਾਂ ਦਾ ਬਿਆਨ? ਮੈਂ ਵੀ ਸੁਣਿਆ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਦਾ। ਉਹਨਾਂ ਨੇ ਕਿਹਾ ਕਿ ਘੱਟ ਬੁੱਧੀਮਾਨ ਘੱਟ ਦਿਮਾਗ ਵਾਲਾ ਬੰਦਾ ਤੁਸੀਂ ਜਾਤਾਂ ਦੇ ਸਮੀਕਰਨ ਦੇ ਵਿੱਚ ਕੁਛ ਏਦਾਂ ਦੀ ਗੱਲ ਹੋ ਰਹੀ ਹੈ। ਇੱਕ ਮਹਾਨ ਤਖਤ ਦੇ ਉੱਤੇ ਬਿਰਾਜਮਾਨ ਸਤਿਕਾਰਯੋਗ ਜਥੇਦਾਰ ਜੀ ਤੋਂ ਏਦਾਂ ਦੀ ਗੱਲ ਬੋਲਣੀ ਸ਼ੋਭਾ ਨਹੀਂ ਦਿੰਦੀ। ਤੁਸੀਂ ਉਹਨਾਂ ਦੇ ਦਿਮਾਗ ਦੀ ਕੀ ਪਰਖ ਕੀਤੀ ਆ ਜਿਹੜਾ ਤੁਸੀਂ ਏਦਾਂ ਦਾ ਬਿਆਨ ਦਿੱਤਾ? ਉਹ ਪੜ੍ਹੇ ਲਿਖੇ ਆ ਐਂਡ ਅੱਜ ਵੀ ਕੰਟੀਨਿਊਸਲੀ ਉਹਨਾਂ ਦੀ ਸਟੱਡੀ ਜਾਰੀ ਹੈਗੀ ਆ ਮੁੱਖ ਮੰਤਰੀ ਦੀ। ਸੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਹੁਤ ਉੱਚੀ ਪਦਵੀ ਤੇ ਆ, ਬੜੀ ਸਤਿਕਾਰਿਤ ਹਸਤੀ ਆ। ਉਹਨਾਂ ਨੂੰ ਬਾਦਲਾਂ ਦੇ ਕਹੇ ਤੇ ਏਦਾਂ ਦੇ ਬੇਹੂਦਾ ਬਿਆਨ ਨਹੀਂ ਦੇਣੇ ਚਾਹੀਦੇ। ਰਾਸ਼ਟਰੀ ਮਹਿਲਾ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਦਾ ਅਸਤੀਫਾ ਲਿਆ ਜਾਵੇ ਕਿਉਂਕਿ ਮੀਟੂ ਮਾਮਲੇ ਦੇ ਵਿੱਚ ਕੀ ਲੱਗਦਾ ਤੁਹਾਨੂੰ ਕਿ ਪੰਜਾਬ ਦੇ ਭਲੇ ਲਈ ਕੋਈ ਮੁੱਖ ਮੰਤਰੀ ਆਇਆ ਤਾਂ ਬੀਜੇਪੀ ਨੇ ਇਹ ਕ੍ਰਿਟਿਸਾਈਜ਼ ਜਿਹੜਾ ਜਿੱਥੇ ਫੁੱਲ ਹੁੰਦਾ ਗੁਲਾਬ ਦਾ ਤੇ ਉੱਥੇ ਕੰਡੇ ਜ਼ਰੂਰ ਹੁੰਦੇ ਆ। ਇਹ ਕ੍ਰਿਟਿਸਾਈਜ਼ ਉਹਨਾਂ ਦੀ ਲਿਆਕਤ, ਉਹ ਲੋਕ ਜਿਹੜੇ ਕੱਲ ਗੱਲਾਂ ਮਾਰਦੇ ਫਿਰਦੇ ਸੀ ਵੀ ਅਸੀਂ ਤੁਹਾਨੂੰ 300 ਯੂਨਿਟ ਫ੍ਰੀ ਦੇ ਦਿਆਂਗੇ, ਅਸੀਂ ਤੁਹਾਨੂੰ ਫਲਾਨਾ ਕਰ ਦਿਆਂਗੇ, ਅਸੀਂ ਫਲਾਨਾ ਕਰ ਦਿਆਂਗੇ, ਅੱਜ ਉਹ ਇਉਂ ਮਹਿਸੂਸ ਹੁੰਦਾ ਕਿ ਮੁੱਦਾ ਹੀ ਹੋ ਗਏ। ਜਿਹੜੀ ਸਪੀਡ ਦੇ ਨਾਲ ਨਵਾਂ ਮੁੱਖ ਮੰਤਰੀ ਤੇ ਨਵੀਂ ਵਜ਼ਾਰਤ ਤੁਰੀ ਹੈ ਇਸੇ ਸਪੀਡ ਦੇ ਨਾਲ ਤੁਰੇ ਰਹਿਣ। ਤੇ ਮੇਰਾ ਵਿਸ਼ਵਾਸ ਆ ਇਹ ਲੋਕ ਜਿਹੜੇ ਦਿੱਲੀ ਤੋਂ ਆ ਕੇ ਕਾਬਜ ਹੋਣ ਦੇ ਯਤਨਾਂ ਦੇ ਵਿੱਚ ਸੀ, ਉਹਨਾਂ ਦੇ ਸੁਪਨੇ ਚਕਨਾਚੂਰ ਹੋ ਸਕਦੇ ਆ। ਉਹ ਇਦਾਂ ਦੇ ਹੱਥ ਕੰਡੇ ਅਪਣਾਈ ਜਾਣ, ਕੋਈ ਫਰਕ ਨਹੀਂ ਪੈਣਾ। ਮੈਂਬਰ ਪ੍ਰਦੀਪ ਕੌਰ ਕਹਿੰਦੇ ਨੇ ਕਿ ਪੁਰਾਣੇ ਜਿਹੜੇ ਟਕਸਾਲੀ ਕਾਂਗਰਸੀ ਹੈ ਉਹਨਾਂ ਨੂੰ ਪਿੱਛੇ ਕੀਤਾ ਜਾ ਰਿਹਾ, ਚਾਹੇ ਹੁਣ ਕੈਪਟਨ ਅਮਰਿੰਦਰ ਸਿੰਘ ਉਤਾਰੇ ਨੇ ਤਾਂ ਹੁਣ ਨਵੀਂ ਜਿਹੜੀ ਵਜ਼ਾਰਤ ਆਈ ਹੈ ਚਾਹੇ ਨਵਜੋਤ ਸਿੰਘ ਸਿੱਧੂ, ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ। ਦੇਖੋ ਹੈ ਤਾਂ ਉਹਨਾਂ ਦੀ ਪਾਰਟੀ ਦਾ ਅੰਦਰੂਨੀ ਮਸਲਾ, ਮੈਂ ਇਹਦੇ ਤੇ ਜ਼ਿਆਦਾ ਕੋਈ ਜਵਾਬ ਦੇਵਾਂ ਚੰਗੀ ਗੱਲ ਨਹੀਂ। ਪਰ ਟਕਸਾਲੀ ਦਾ ਮਤਲਬ ਇਹ ਨਹੀਂ, ਟਕਸਾਲੀ ਕਾਂਗਰਸੀ ਦਾ ਮਤਲਬ ਇਹ ਨਹੀਂ ਵੀ ਉਹ ਟਕਸਾਲੀ ਕਾਲੀ ਜਥੇਦਾਰਾਂ ਦੇ ਨਾਲ ਕੁੰਡੀਆਂ ਫਸਾਉਂਦਾ ਫਿਰੇ, ਪੰਜਾਬ ਦਾ ਬਿੜਾ ਗਰਕ ਕਰਨ ਲਈ ਲੁੱਟਣ ਵਾਸਤੇ ਸੰਧੀਆਂ ਕਰਦਾ ਫਿਰੇ। ਇਹ ਗਲਤ ਗੱਲ ਹੈਗੀ। ਹਰ ਪਾਰਟੀ ਦੇ ਅੰਦਰ ਜਿਹੜਾ ਕੋਈ ਡਿਜ਼ਰਵ ਕਰਦਾ ਲੀਡਰ, ਕੋਈ ਮੈਂਬਰ, ਪਾਰਟੀ ਨੂੰ ਮਾਨ ਸਨਮਾਨ ਜ਼ਰੂਰ ਦਿੰਦੀ ਹੈ। ਸਰ ਹਰੀਸ਼ ਰਾਵਤ ਜੀ ਹੁਣ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਪੱਖ ਦੇ ਉੱਤੇ ਨਏ ਲਾ ਰਹੇ ਨੇ, ਕਹਿ ਰਹੇ ਨੇ ਕਿ ਜੇ ਨਰਿੰਦਰ ਮੋਦੀ ਇਮਰਾਨ ਖਾਨ ਨੂੰ ਜੱਫੀਆਂ ਪਾ ਸਕਦਾ ਮਿਲ ਸਕਦਾ ਤੇ ਸਿੱਧੂ ਵੀ ਉਹਨਾਂ ਨੂੰ ਮਿਲਿਆ ਸੀਗਾ, ਧਾਰਮਿਕ ਸਥਲ ਵੀ ਖੁੱਲਿਆ ਸੀਗਾ। ਇੰਡਾਇਰੈਕਟਲੀ ਸਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਵਾਲ ਖੜੇ ਕਰਦੇ ਨੇ। ਦੇਖੋ ਉਹ ਕੰਮ ਜਿਹਦੇ ਕਰਕੇ ਪੂਰੇ ਜਗਤ 'ਚ ਵਸਦਾ ਸਿੱਖ ਖੁਸ਼ੀ ਜੇ ਖੀਵਾ ਹੋਇਆ, ਉਹ ਰਾਹ ਉਹ ਰਸਤਾ ਜਿਹਦੀ ਅਸੀਂ ਲੰਬੇ ਸਮੇਂ ਤੋਂ 1947 ਤੋਂ ਲੈ ਕੇ ਅੱਜ ਤੱਕ ਕਿੰਨੇ ਹਜ਼ਾਰ ਅਰਦਾਸ ਕੀਤੀ ਸਿੱਖਾਂ ਨੇ ਕਿ ਸਾਨੂੰ ਕਿਤੇ ਕਾਸ਼ ਗੁਰੂ ਦਾ ਦੁਆਰਾ ਦੇਖਣ ਵਾਸਤੇ ਰਸਤਾ ਮਿਲ ਜਾਵੇ। ਜੇ ਸਿੱਧੂ ਉਹ ਰਸਤਾ ਖੁਲਵਾਇਆ ਤੇ ਫੇਰ ਤੋਂ ਕਿ ਉਹਦੇ ਤੇ ਸਟੇਟਮੈਂਟਸ ਦੇਣੇ ਗਲਤ ਗੱਲ ਹੈ। ਅੱਜ ਵੀ ਸਿੱਖ ਕੌਮ ਇਸ ਗੱਲ ਲਈ ਨਵਜੋਤ ਸਿੱਧੂ ਦੀ ਧੰਨਵਾਦ ਤੇ ਨਵਜੋਤ ਸਿੱਧੂ ਵਧਾਈ ਦਾ ਪਾਤਰ ਆ ਜਿਹਨੇ ਸਿੱਖਾਂ ਦੀ, ਪੰਜਾਬੀਆਂ ਦੀ ਇਹ ਮੰਗ ਅਬਵ ਦਾ ਪੋਲਿਟਿਕਸ, ਰਾਜਨੀਤੀ ਤੋਂ ਉੱਤੇ ਉੱਠ ਕੇ ਉਹਨਾਂ ਨੇ ਇੱਕ ਬੋਲਡ ਕਦਮ ਲੈਂਦੇ ਹੋਏ ਇਹ ਰਸਤਾ ਖੁਲਾਉਣ ਦੇ ਵਿੱਚ ਆਪਣਾ ਭਰਪੂਰ ਯੋਗਦਾਨ ਦਿੱਤਾ। ਇਹ ਰੇਤ ਤੋਂ ਲੈ ਕੇ ਸਰ ਕਿਹਾ ਨਾ ਕਿ ਰੇਤ ਅਸੀਂ ਮੁਕਤ ਕਰਾਂਗੇ, ਇਹਨਾਂ ਦੇ ਤੁਸੀਂ ਬੀਤੇ ਸਮੇਂ ਦੌਰਾਨ ਵਕਤ ਤੁਸੀਂ ਵਿਰੋਧੀ ਪਾਰਟੀ ਕਹਿੰਦੇ ਰਹੇ ਕਿ ਕੁਝ ਇਹਨਾਂ ਦੇ ਆਪਣੇ ਹੀ ਐਮਐਲਏ ਦੇ ਆਗੂ ਸੰਲਿਪਤ ਨੇ। ਇਹ ਗੱਲ ਬਿਲਕੁਲ ਸੱਚ ਆ। 10 ਸਾਲ ਦੇ ਬਾਦਲਾਂ ਨੇ ਰੇਤਾ ਚੋਰੀ ਦੀ ਸ਼ੁਰੂਆਤ ਕਰਕੇ ਖੂਬ ਲੁੱਟਿਆ ਰੇਤਾ ਬਜਰ ਨੂੰ, ਤੇ 5 ਸਾਲਾਂ ਤੋਂ ਕੌਣ ਲੁੱਟ ਰਿਹਾ? 5 ਸਾਲਾਂ ਤੋਂ ਕਾਂਗਰਸ ਪਾਰਟੀ ਨਾਮ ਬਦਲੀ ਹੋ ਗਏ, ਬਾਦਲਾਂ ਦੀ ਜਗ੍ਹਾ ਤੇ ਕਾਂਗਰਸ ਦੇ ਲੋਕ ਆ ਗਏ, ਹਿੱਸੇਪੱਤੀ ਬਦਲੀ ਹੋ ਗਈ, ਜਿਹੜਾ 60-40 ਦਾ ਰੇਸ਼ੋ ਸੀ ਉਹ ਤਬਦੀਲ ਹੋ ਗਿਆ। ਬਿਨਾਂ ਸਰਕਾਰੀ ਸਰਪ੍ਰਸਤੀ ਤੋਂ ਰੇਤੇ ਦਾ ਚਮਚਾ ਨਹੀਂ ਚੋਰੀ ਹੋ ਸਕਦਾ। ਇਹ ਨਵੀਂ ਵਜ਼ਾਰਤ, ਨਵੇਂ ਮੁੱਖ ਮੰਤਰੀ ਤੋਂ ਸਾਨੂੰ ਉਮੀਦ ਹੈ, ਪੂਰੇ ਪੰਜਾਬ ਨਹੀਂ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਉਮੀਦ ਤੇ ਆਸ ਹੈਗੀ ਆ ਵੀ ਪੰਜਾਬ ਦੇ ਵਿੱਚ ਜਿੰਨੇ ਲੁੱਟ ਮਾਫੀ ਹੈਗੇ ਉਹਨਾਂ ਲੁੱਟ ਮਾਫੀਆਂ ਦਾ ਅੰਤ ਜ਼ਰੂਰ ਕਰੇਗੀ ਸਰਕਾਰ। ਇਹ ਪੰਜਾਬ ਸਰਕਾਰ ਨੂੰ 200 ਯੂਨਿਟ ਦੀ ਜਗ੍ਹਾ 300 ਯੂਨਿਟ ਫ੍ਰੀ ਦੇ ਰਹੀ ਹੈ ਐਸਸੀ ਤੇ ਬੀਸੀ ਪਰਿਵਾਰਾਂ, ਕਿਸ ਤਰ੍ਹਾਂ ਵੇਖਦੇ ਹੋ? ਬਹੁਤ ਚੰਗੀ ਗੱਲ ਹੈਗੀ ਆ। ਪੰਜਾਬ ਸਰਕਾਰ ਮੁਫਤ ਦੇਣਾ ਸ਼ੁਰੂ ਕਰੇ। ਜਿਹੜੇ EWS ਹੈਗੇ, ਇਕਨੋਮਿਕਲ ਵੀਕਰ ਸੈਕਸ਼ਨ, ਜਾਤ ਬਰਾਦਰੀ ਧਰਮ ਤੋਂ ਉੱਤੇ ਉੱਠ ਕੇ ਜਿਹੜਾ ਆਰਥਿਕ ਤੌਰ ਤੇ ਕਮਜ਼ੋਰ ਹੈਗਾ, ਉਹਨੂੰ ਇਹ ਬਿਜਲੀ ਫ੍ਰੀ ਦੀ ਸਹੂਲਤ ਜ਼ਰੂਰ ਮਿਲਣੀ ਚਾਹੀਦੀ ਆ। ਬਹੁਤ ਸਾਰੇ ਇਦਾਂ ਦੇ ਪੰਜਾਬ ਦੇ ਅੰਦਰ ਪਰਿਵਾਰ ਹੈਗੇ ਆ। ਲੋਕ ਇਨਸਾਫ ਪਾਰਟੀ ਨੇ ਇੱਕ ਡਰਾਈਵ ਸਟਾਰਟ ਕੀਤੀ ਸੀ ਕਿ ਜਿਨ੍ਹਾਂ ਦੇ ਬਕਾਏ ਖੜੇ ਆ, ਜਿਹੜੇ ਬਕਾਏ ਦੇਣ ਦੇ ਵਿੱਚ ਅਸਮਰੱਥ ਆ, ਬਿਜਲੀ ਦੇ ਬਿੱਲ ਨਹੀਂ ਭਰੇ, ਉਹਨਾਂ ਦੇ ਤਾਰਾਂ ਕੱਟੀਆਂ ਹੋਈਆਂ ਨੇ, ਕਨੈਕਸ਼ਨ ਕੱਟੇ ਹੋਏ ਸੀ, ਉਹ ਕਨੈਕਸ਼ਨ ਕਰੋਨਾ ਤੋਂ ਪਹਿਲਾਂ ਕਨੈਕਸ਼ਨ ਜੋੜਨ ਦੀ ਮੁਹਿੰਮ ਸ਼ੁਰੂ ਕੀਤੀ ਸੀ। ਅੱਜ ਉਸੇ ਪੈਟਰਨ ਦੇ ਉੱਤੇ ਕਾਂਗਰਸ ਨਵੀਂ ਬਣੀ ਵਜ਼ਾਰਤ ਨੇ ਫੈਸਲਾ ਲਿਆ
ਕਿ ਪੰਜਾਬ ਦੇ ਅੰਦਰ ਜਿੰਨੇ ਉਹ ਪਰਿਵਾਰ ਜਿਨ੍ਹਾਂ ਦੇ ਬਕਾਏ ਖੜੇ ਹੋਣ ਕਾਰਨ ਕਨੈਕਸ਼ਨ ਕੱਟੇ, ਅਸੀਂ ਉਹ ਸਾਰੇ ਜੋੜ ਦੇਣੇ ਆ ਤੇ ਬਕਾਇਆਂ ਦੇ ਉੱਤੇ ਲਕੀਰ ਮਾਰ ਕੇ 300 ਯੂਨਿਟ ਫ੍ਰੀ ਦੇਣਾ। ਚੰਗਾ ਫੈਸਲਾ, ਅਸੀਂ ਤਾਂ ਵਿਰੋਧ ਦੇ ਵਿੱਚ ਬੈਠੇ ਆ, ਪਰ ਚੰਗੇ ਫੈਸਲਿਆਂ ਦੀ ਅਸੀਂ ਤਾਰੀਫ ਕਰਾਂਗੇ। ਕਿਤੇ ਨਾ ਕਿਤੇ ਜਿਹੜਾ ਇਹ ਸਭ ਤੋਂ ਵੱਡਾ ਮੁੱਦਾ ਸੀ ਬਿਜਲੀ ਮੁੱਦਾ, ਜਿਸ ਨੂੰ ਲੈ ਕੇ ਜਿਹੜੀ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਵੱਲੋਂ ਜਿਹੜਾ ਸਵਾਲ ਚੁੱਕੇ ਜਾਂਦੇ ਸੀ, ਪਰ ਹੁਣ ਜਿੱਦਾਂ 300 ਯੂਨਿਟ ਦਾ ਐਲਾਨ ਕਰ ਦਿੱਤਾ ਗਿਆ, ਕੀ ਲੱਗਦਾ ਵੀ ਜਿਹੜੀਆਂ 2022 ਦੀਆਂ ਚੋਣਾਂ ਨੇ ਉੱਥੇ ਨਵੇਂ ਮੁੱਦੇ ਚਾਹੀਦੇ ਨੇ ਜਾਂ ਜਿਹੜੇ ਮੁੱਦੇ ਨੇ ਪੁਰਾਣੇ ਉਹ ਹੱਲ ਕਰ ਰਹੇ ਨੇ? ਦੇਖੋ, ਪਹਿਲਾਂ ਤਾਂ 2017 ਦੇ ਵਿੱਚ ਕਾਂਗਰਸ ਪਾਰਟੀ ਸੱਤਾ ਤੇ ਆਈ, ਉਹਨਾਂ ਨੇ ਵਾਅਦੇ ਕਿਹੜੇ ਕੀਤੇ? ਨੌਕਰੀਆਂ ਦੇ ਵਾਅਦੇ ਕੀਤੇ, ਉਹਨਾਂ ਨੇ ਬਿਜਲੀ ਦੇ ਵਾਅਦੇ ਕੀਤੇ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ, ਚਿੱਟਾ ਵੇਚਣ ਵਾਲੇ ਵੱਡੇ ਮਗਰਮੱਛਾਂ ਨੂੰ ਨਕੇਲ, ਇਹ ਮੁੱਖ ਵਾਅਦੇ ਸੀਗੇ। ਨਵੀਂ ਵਜ਼ਾਰਤ ਨੂੰ ਸਭ ਤੋਂ ਪਹਿਲਾਂ 2017 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਕੀਤੇ ਹੋਏ ਵਾਅਦੇ ਪੂਰੇ ਕਰਕੇ ਫਿਰ ਅਗਲੇ ਕਦਮ ਜਿਹੜੇ ਆ ਉਹਨਾਂ ਨੂੰ ਪੁੱਟਣੇ ਚਾਹੀਦੇ ਆ। ਪਹਿਲਾਂ ਕੀਤੇ ਹੋਏ ਵਾਅਦੇ ਤਾਂ ਕਿ ਆਵਾਮ ਨੂੰ ਇੱਕ ਪੂਰਨ ਤੌਰ ਤੇ ਯਕੀਨ ਹੋ ਜਾਵੇ ਨਵੀਂ ਸਰਕਾਰ ਤੇ ਨਵੀਂ ਵਜ਼ਾਰਤ ਦੇ ਵਿੱਚੋਂ ਵੀ ਇਹ ਕੁਝ ਕਰਕੇ ਦਿਖਾਉਣਗੇ, ਪੰਜਾਬ ਦੇ ਵਿੱਚੋਂ ਲੁੱਟ ਮਾਫੀਏ ਨੂੰ ਨਕੇਲ ਪਾਉਣਗੇ। ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਵੱਡੇ ਫੇਰਬਦਲ ਵੇਖਣ ਨੂੰ ਮਿਲਦੇ ਨੇ। ਕੈਬਨਿਟ ਮੰਤਰੀ ਵਿੱਚ ਵੀ ਜਿਹੜਾ ਕਾਫੀ ਵੱਡੇ ਫੇਰਬਦਲ ਵੇਖਣ ਨੂੰ ਮਿਲਣਗੇ। ਲੱਗਦਾ ਸਰ 4.5 ਸਾਲ ਦੇ ਵਿੱਚ 4.5 ਮਹੀਨੇ ਰਹਿ ਗਏ ਆ, ਜਿਹੜੇ ਵਾਅਦੇ ਰਹਿ ਗਏ ਪੂਰੇ ਹੋਣਗੇ? ਸਾਡੀਆਂ ਸ਼ੁਭਕਾਮਨਾਵਾਂ ਨੇ, ਹਜੇ ਤਾਂ ਅੱਜ ਦੂਸਰਾ ਦਿਨ ਆ, ਅਸੀਂ ਕਹਿ ਦਈਏ ਵੀ ਨਹੀਂ ਹੋਣਗੇ ਗਲਤ ਆ। ਸਾਡੀਆਂ ਬੈਸਟ ਵਿਸ਼ੇਸ ਹੈ, ਕੀ ਨਹੀਂ ਹੋ ਸਕਦਾ। 4.5 ਮਹੀਨੇ ਦੀ ਦੋਸਤ ਜੇ ਸਰਕਾਰ ਚਾਵੇ ਤੇ 4.5 ਘੰਟਿਆਂ ਦੇ ਵਿੱਚ ਲੁੱਟ ਮਾਫੀਆ ਨੂੰ ਨਕੇਲ ਪਾਈ ਜਾ ਸਕਦੀ ਹੈ। ਜੇ ਕਾਂਗਰਸ ਸਰਕਾਰ ਚੰਗਾ ਕੰਮ ਜਿਸ ਤਰ੍ਹਾਂ ਕਰਦੀ ਹੈ, ਤੁਸੀਂ ਉਹਨਾਂ ਨੂੰ ਸਪੋਰਟ ਕਰੋਗੇ ਚੰਗੇ ਕੰਮ ਕਰਨ ਲਈ? ਚੰਗੇ ਕੰਮ ਕਰਨ ਦੀ ਸਪੋਰਟ ਨਹੀਂ ਹੁੰਦੀ, ਤਾਰੀਫ ਹੁੰਦੀ ਹੈ, ਸ਼ਲਾਘਾ ਹੁੰਦੀ ਹੈ। ਇਹ ਨਹੀਂ ਵੀ ਅਸੀਂ ਵਿਰੋਧ 'ਚ ਬੈਠੇ ਹਾਂ, ਵਿਰੋਧ ਕਰਕੇ ਵਿਰੋਧ ਕਰੀ ਜਾਵਾਂਗੇ। ਚੰਗੇ ਕੰਮਾਂ ਦੀ ਤਾਰੀਫ ਤੇ ਸ਼ਲਾਘਾ ਕਰਾਂਗੇ। ਅਸੀਂ ਲੋਕ ਇਨਸਾਫ ਪਾਰਟੀ ਦੇ ਵਿੱਚ ਆ, ਚਾਹੇ ਵਿਧਾਇਕ 2 ਆ, ਪਰ ਪੰਜਾਬ ਲਈ ਸਭ ਤੋਂ ਫਿਕਰਮੰਦ ਤੇ ਕਰਪਸ਼ਨ ਦੇ ਖਿਲਾਫ ਪਹਿਰੇਦਾਰ। ਸੋ ਚੰਗੇ ਕੰਮਾਂ ਦੀ ਤਾਰੀਫ ਤੇ ਸ਼ਲਾਘਾ ਲਾਜ਼ਮੀ ਕਰਾਂਗੇ, ਉਹ ਕੋਈ ਪਾਰਟੀ ਤੇ ਕੋਈ ਸਰਕਾਰ। ਸਾਬਕਾ ਮੁੱਖ ਮੰਤਰੀ ਕੈਪਟਨ ਸਾਹਿਬ ਤੇ ਦੋਸ਼ ਲੱਗਦੇ ਨੇ ਫਜ਼ੂਲ ਖਰਚ ਦੇ। ਅੱਜ ਗਏ ਨੇ ਵਫਦ ਗਏ, ਮੰਤਰੀ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਗਏ ਨੇ ਤੇ ਗਏ ਨੇ, ਸਿੱਧੂ ਸਾਹਿਬ ਵੀ ਗਏ ਨੇ, ਪ੍ਰਾਈਵੇਟ ਪਲੇਨ ਕੀਤਾ ਦਿੱਲੀ ਆਸਤੇ। ਤੁਹਾਨੂੰ ਕੀ ਲੱਗਦਾ ਹੈ ਫਜ਼ੂਲ ਖਰਚੀ ਰੁਕੀ ਹੈ? ਦੇਖੋ ਗੱਲ ਸੁਣੋ, ਜੇ ਮੁੱਖ ਮੰਤਰੀ ਪੰਜਾਬ ਚੌਪਰ ਦੇ ਵਿੱਚ ਜਾਂ ਪ੍ਰਾਈਵੇਟ ਹੈਲੀਕਾਪਟਰ ਕਰਕੇ ਦਿੱਲੀ ਗਿਆ ਤੇ ਹੁਣ ਕੋਈ ਰੇੜੇ ਰਕਸ਼ੇ ਤੇ ਜਾਵੇ ਜਾਂ ਛੋਟੇ ਹਾਥੀ ਤੇ ਜਾਵੇ ਜਾਂ ਆਟੋ 'ਤੇ ਬੈਠ ਕੇ ਜਾਵੇ? ਹਰਾਵਤ ਜੀ ਕੋ ਹੈਗਾ, ਉਹ ਯੂਜ਼ ਕਰ ਰਹੇ ਨੇ, ਰਿਸ਼ਾ ਦਾ ਯੂਜ਼ ਕਰ ਰਹੇ ਨੇ। ਦੇਖੋ, ਇਹ ਬੜੀਆਂ ਛੋਟੀਆਂ ਗੱਲਾਂ। ਤੂਲ ਫੜਾਉਣ ਵਾਸਤੇ ਬਾਦਲ ਐਂਡ ਕੰਪਨੀ ਜੋ ਮਰਜ਼ੀ ਬੋਲੀ ਜਾਵੇ, ਮੁੱਖ ਮੰਤਰੀ ਆ ਸੂਬੇ ਦਾ। ਇਹਨਾਂ ਨੂੰ ਇਹ ਗੱਲ ਪੁੱਛੋ ਜਿਹੜੇ ਅੱਜ ਇਹ ਤੂਲ ਫੜਾਉਂਦੇ ਆ ਵੀ ਤੁਹਾਡੇ ਵੇਲੇ ਬੀਬਾ ਸਿਮਰਤ ਕੌਰ ਬਾਦਲ ਕੋਲੇ ਚੌਪਰ ਅਲੱਗ, ਪ੍ਰਕਾਸ਼ ਸਿੰਘ ਬਾਦਲ ਕੋਲੇ ਅਲੱਗ, ਸੁਖਬੀਰ ਬਾਦਲ ਦੇ ਮਜੀਠੀਆ ਦੇ ਕੋਲੇ ਅਲੱਗ। ਤੁਸੀਂ ਤਾਂ ਚੌਪਰ ਨੂੰ ਇੱਕ ਕੈਬ ਮੰਨ ਕੇ, ਇੱਕ ਆਟੋ ਮੰਨ ਕੇ, ਇੱਕ ਟੈਕਸੀ ਮੰਨ ਕੇ ਯੂਜ਼ ਕਰਦੇ ਸੀ। ਅੱਜ ਦੇ ਨਵਾਂ ਬਣਿਆ ਮੁੱਖ ਮੰਤਰੀ ਆਪਣੇ ਸਾਥੀਆਂ ਨੂੰ ਲੈ ਕੇ ਦਿੱਲੀ ਚੌਪਰ 'ਤੇ ਗਿਆ ਤੇ ਇਹ ਕੋਈ ਵੱਡਾ ਇਸ਼ੂ ਨਹੀਂ ਹੈ। ਸਰ 2019 ਵਿੱਚ ਈਵੀਐਮ ਦਾ ਮੁੱਦਾ ਬੜਾ ਛਾਇਆ ਰਿਹਾ ਸੀ, ਪਰ ਇਸ ਵਾਰ ਜਿਹੜਾ ਈਵੀਐਮ ਦਾ ਮੁੱਦਾ ਗਾਇਬ ਦਿਖ ਰਿਹਾ ਚੁਣਾਵਾਂ। ਜਿਹੜਾ ਈਵੀਐਮ ਦਾ ਮੁੱਦਾ ਦੋਸਤੋ ਕੋਈ ਸਟੇਟ ਪਾਰਟੀ ਦੇ ਵੱਸ ਦੀ ਗੱਲ ਨਹੀਂ। ਇਹ ਕਾਂਗਰਸ ਨੂੰ ਐਜੀਟੇਸ਼ਨ ਕਰਨਾ ਪੈਣਾ ਜਾਂ ਦੇਸ਼ ਦੇ ਲੋਕਾਂ ਨੂੰ ਉੱਠ ਕੇ ਖੜਾ ਹੋਣਾ ਪੈਣਾ। ਜਿੱਦਾਂ ਕਿਸਾਨ ਅੰਦੋਲਨ ਦੇ ਵਿੱਚ ਪੂਰਾ ਦੇਸ਼ ਸ਼ਮੂਲੀਅਤ ਕਰ ਗਿਆ, ਈਵੀਐਮ ਹਟਾਓ, ਲੋਕਤੰਤਰ ਬਚਾਓ। ਈਵੀਐਮ ਹਟਾਓ, ਬੈਲਟ ਪੇਪਰ ਲਿਆਓ। ਇਹ ਨਾਰਾ ਦੇਸ਼ ਦੇ ਲੋਕਾਂ ਨੂੰ ਜਾਂ ਦੇਸ਼ ਦੇ ਵਿੱਚ ਸਭ ਤੋਂ ਵੱਡੀ ਆਪੋਜੀਸ਼ਨ ਪਾਰਟੀ ਨੂੰ ਦੇਣਾ ਪੈਣਾ। ਇਹ ਅੱਜ ਤਕਰੀਬਨ 10 ਮਹੀਨਿਆਂ ਦਾ ਅਰਸਾ, 700 ਤੋਂ ਵੱਧ ਸ਼ਹਾਦਤਾਂ ਕਿਸਾਨ ਅੰਦੋਲਨ ਦੇ ਵਿੱਚ, ਤੇ ਮੋਦੀ ਸਾਹਿਬ ਨੂੰ ਫਰਕ ਹੀ ਕੋਈ ਨਹੀਂਗਾ। ਇਹ ਸਪਸ਼ਟ ਹੈ ਕਿ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਈਵੀਐਮ ਨਾਲ ਕੋਈ ਛੇੜਛਾੜ ਨਹੀਂ ਹੁੰਦੀ। ਉਹ ਵਿਸ਼ਵਾਸ ਪੱਕਾ ਕਰਨ ਵਾਸਤੇ ਵੀ ਲੋ ਵੀ ਈਵੀਐਮ ਬਿਲਕੁਲ ਸਹੀ ਸਲਾਮਤ ਹੈ, ਕਿਤੇ ਕਾਂਗਰਸ ਦੀ ਬਣ ਗਈ, ਕਿਤੇ ਸਟੇਟ ਪਾਰਟੀ ਦੀ ਬਣ ਗਈ, ਤੇ ਫਿਰ ਜਦੋਂ ਆਉਂਦੀ ਹੈ ਲੋਕ ਸਭਾ, ਕੋਈ ਵਿਰੋਧੀ ਬੋਲੇ ਤਾਂ ਈਵੀਐਮ ਦੇ ਖਿਲਾਫ ਉਹ ਕਹਿੰਦੇ ਕੱਲ ਤਾਂ ਤੁਸੀਂ ਸਟੇਟਾਂ ਦੇ ਵਿੱਚ ਜਿੱਤ ਕੇ ਹਟੇ ਹੋ, ਉਦੋਂ ਈਵੀਐਮ ਠੀਕ ਸੀ, ਤੇ ਅੱਜ ਲੋਕ ਸਭਾ ਦੀ ਇਲੈਕਸ਼ਨ ਮੌਕੇ ਈਵੀਐਮ ਜਿਹੜੀ ਉਹ ਮਾੜੀ ਹੋ ਗਈ। ਸੋ ਇਸ ਕਰਕੇ ਈਵੀਐਮ ਦੇ ਵਿੱਚ ਠੱਗੀ ਬੜੇ ਵੱਡੇ ਟੈਕਨੋਕ੍ਰੇਟਸ ਨੇ ਸਿੱਧ ਕਰਕੇ ਦਿਖਾਈ ਹੈ ਕਿ ਇਹ ਹੈਕ ਹੋ ਸਕਦੀ ਹੈ। ਇਹ ਈਵੀਐਮ ਵੱਡੇ ਡਿਵੈਲਪ ਕੰਟਰੀਆਂ ਦੇ ਵਿੱਚ ਪਰੇ ਕੀਤੀ ਗਈ ਹੈ, ਬੈਲਟ ਪੇਪਰ ਹੈ। ਸੋ ਸਾਡਾ ਦੇਸ਼ ਕਿੱਥੇ ਆਪਾਂ ਖੜੇ ਹਾਂ? ਵੀ ਈਵੀਐਮ ਲਾਜ਼ਮੀ ਤੌਰ ਤੇ ਬੰਦ ਕਰਾਉਣ ਲਈ ਦੇਸ਼ ਵਾਸੀਆਂ ਨੂੰ ਇੱਕ ਬਹੁਤ ਵੱਡਾ ਅੰਦੋਲਨ ਵਿੱਢਣਾ ਪੈਣਾ ਲੋਕਤੰਤਰ ਨੂੰ ਬਚਾਉਣ ਵਾਸਤੇ।